ਕਿਰਪਾ ਕਰਨ। ਸਾਰੇ ਹੀ ਉਚਾਰਨ ਕਰੋ ਜੀ। ਸਤਨਾਮ ਸਤਨਾਮ। ਰਹਾਉ ਦਾ ਪਤਾ ਹੈ, ਅਬ ਮੋਹੇ ਜੀਵਨ ਪਦਵੀ ਪਾਈ। ਚੀਤ ਆਇਓ ਮਨ ਪੁਰਖ ਵਿਧਾਤਾ, ਸੰਤਨ ਕੀ ਸ਼ਰਨਾਈ ਰਹਾਉ। ਹੁਣ ਮੈਂ ਉੱਚੀ ਜੀਵਨ ਅਵਸਥਾ ਪ੍ਰਾਪਤ ਕਰ ਲਈ ਹੈ। ਮੇਰੇ ਮਨ ਅੰਦਰ ਸਰਵ ਵਿਆਪਕ ਸਿਰਜਣਹਾਰ ਪਰਮਾਤਮਾ ਆਵਸਿਆ ਹੈ। ਇਹ ਸਾਰਾ ਕੁਝ ਪ੍ਰਾਪਤ ਹੋਇਆ ਹੈ ਸੰਤਨ ਕੀ ਸ਼ਰਨਾਈ, ਸੰਤ ਜਨਾਂ ਦੀ ਸ਼ਰਨ ਵਿੱਚ ਰਹਿਣ ਕਰਕੇ। ਜੀਵਨ ਵਿੱਚ ਇਹ ਤਬਦੀਲੀ ਆਈ, ਮੈਨੂੰ ਜੀਵਨ ਪਦਵੀ ਪ੍ਰਾਪਤ ਹੋ ਗਈ ਹੈ। ਹੁਣ ਜੀਵਨ ਪਦਵੀ ਪ੍ਰਾਪਤ ਹੋ ਗਈ, ਇਸੇ ਦਾ ਖੁਲਾਸਾ ਹੀ ਗੁਰੂ ਪਾਤਸ਼ਾਹ ਜੀ ਨੇ ਸਾਰੇ ਸ਼ਬਦ ਵਿੱਚ ਕੀਤਾ ਹੈ। ਸੰਸਾਰ ਦੇ ਵਿੱਚ ਦੋ ਤਰ੍ਹਾਂ ਦਾ ਜੀਵਨ ਹੈ, ਇੱਕ ਨੀਵਾਂ ਜੀਵਨ ਹੈ, ਇੱਕ ਉੱਚਾ ਜੀਵਨ ਹੈ। ਨੀਵੇਂ ਜੀਵਨ ਤੋਂ ਭਾਵ ਹੈ ਔਗੁਣਾਂ ਨਾਲ ਭਰਿਆ ਹੋਇਆ ਜੀਵਨ। ਉੱਤਮ ਜੀਵਨ ਤੋਂ ਭਾਵ ਹੈ ਗੁਣਾਂ ਨਾਲ ਸ਼ਿੰਗਾਰਿਆ ਹੋਇਆ, ਗੁਣਾਂ ਦੇ ਵਿੱਚ ਜ਼ਿੰਦਗੀ ਜੀਉਣ ਵਾਲਾ ਉੱਚਾ ਜੀਵਨ। ਦੋਹਾਂ ਜੀਵਨਾਂ ਦਾ ਜੇ ਆਧਾਰ ਦੇਖੋਗੇ ਵੀ ਇਹ ਜੀਵਨ ਕਿਵੇਂ ਬਣਦੇ ਹਨ, ਤਾਂ ਇਹ ਬਿਲਕੁਲ ਸੰਗਤ ਤੇ ਹੀ ਆਧਾਰਿਤ ਹੈ। ਜਿਸ ਤਰ੍ਹਾਂ ਦੀ ਕਿਸੇ ਨੂੰ ਸੰਗਤ ਪ੍ਰਾਪਤ ਹੁੰਦੀ ਹੈ, ਜਦੋਂ ਉਹਦਾ ਜੀਵਨ ਘੜਿਆ ਜਾ ਰਿਹਾ ਹੈ, ਉਹਦੇ ਬ੍ਰੇਨ ਦਾ, ਬੁੱਧੀ ਦਾ, ਮਨ ਦਾ, ਚਿੱਤ ਦਾ ਵਿਕਾਸ ਹੋ ਰਿਹਾ ਹੈ, ਉਸ ਵਕਤ ਜਿਹੋ ਜਿਹੀ ਉਹਨੂੰ ਸੰਗਤ ਪ੍ਰਾਪਤ ਹੋਈ, ਸਿੱਖਿਆ ਪ੍ਰਾਪਤ ਹੋਈ, ਉਸੇ ਅਨੁਕੂਲ ਹੀ ਉਸ ਦਾ ਜੀਵਨ ਘੜਿਆ ਜਾਂਦਾ ਹੈ, ਉਹਦੀ ਘਾੜਤ ਹੁੰਦੀ ਹੈ। ਭਗਤ ਕਬੀਰ ਜੀ ਨੇ ਇਸ ਵਿਚਾਰ ਨੂੰ ਆਪਣੇ ਇਸ ਢੰਗ ਦੇ ਨਾਲ ਖੋਲ੍ਹਿਆ ਹੈ। ਕਹਿੰਦੇ ਹਨ, ਕਬੀਰ ਮਨ ਪੰਖੀ ਭਇਓ, ਓਡ ਓਡ ਦੈ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਭਗਤ ਜੀ ਨੇ ਮਨ ਲਈ ਪੰਛੀ ਦਾ ਪ੍ਰਤੀਕ ਵਰਤਿਆ ਹੈ। ਜਿਵੇਂ ਪੰਛੀ ਆਪਣੇ ਆਲਣੇ ਚੋਂ ਨਿਕਲ ਕੇ ਭੋਜਨ ਦੀ ਤਲਾਸ਼ ਵਿੱਚ ਉੱਡਦਾ ਹੈ, ਤੇ ਜਿਹੋ ਜਿਹੇ ਰੁੱਖ ਤੇ ਉਹ ਬੈਠਦਾ ਹੈ ਜਾ ਕੇ, ਤੇ ਉਸੇ ਤਰ੍ਹਾਂ ਦਾ ਫਲ ਖਾਣ ਨੂੰ ਉਸ ਨੂੰ ਮਿਲਦਾ ਹੈ। ਇਸੇ ਹੀ ਤਰ੍ਹਾਂ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਇਕੱਲਿਆਂ ਨਹੀਂ ਰਹਿ ਸਕਦਾ, ਉਹ ਵੀ ਸੰਗਤ ਦੀ ਭਾਲ ਕਰਦਾ ਹੈ। ਸੋ ਸੰਗਤ ਦੀ ਭਾਲ ਦੇ ਵਿੱਚ ਜਿਹੋ ਜਿਹੀ ਸੰਗਤ ਉਹਨੂੰ ਮਿਲਦੀ ਹੈ, ਉਸੇ ਤਰ੍ਹਾਂ ਦਾ ਹੀ ਉਹਨੂੰ ਜੀਵਨ ਰੂਪੀ ਫਲ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ। ਦੋਨੇ ਪੱਖ ਬਾਣੀ ਚ ਨੇ। ਕਬੀਰ ਸਾਖਤ ਸੰਗ ਨਾ ਕੀਜੀਐ, ਦੂਰੈ ਜਾਈਐ ਭਾਗ, ਵਾਸਨ ਕਾਰੂ ਪਰਸੀਐ, ਤਉ ਕਛ ਲਾਗੈ ਦਾਗ। ਹੇ ਕਬੀਰ, ਸਾਖਤ ਮਨੁੱਖ ਦੀ ਤੂੰ ਸੰਗਤ ਨਾ ਕਰ, ਉਹਨੂੰ ਵੇਖ ਕੇ ਦੂਰੋਂ ਹੀ ਭੱਜ ਜਾ, ਭਾਵੇਂ ਉਹਦੀ ਸੰਗਤ ਨਾ ਕਰ। ਕਿਉਂਕਿ ਕਾਲੇ ਭਾਂਡੇ ਨੂੰ ਹੱਥ ਲੱਗ ਜਾਏ ਤਾਂ ਜ਼ਰੂਰ ਦਾਗ ਲੱਗ ਜਾਂਦਾ ਹੈ। ਇਸ ਕਰਕੇ ਇੱਕ ਹੈ ਸਾਖਤ ਦੀ ਸੰਗਤ। ਸਾਖਤ ਦੀ ਸੰਗਤ ਜਿਹੜਾ ਰੱਬੀ ਹੋਂਦ ਤੋਂ ਮੁਨਕਰ ਤੇ ਵਿਕਾਰਾਂ ਦੇ ਵਿੱਚ ਜਿਉਣ ਵਾਲਾ, ਔਗੁਣਾਂ 'ਚ ਜਿਉਣ ਵਾਲਾ, ਉਹਨੂੰ ਬਾਣੀ ਨੇ ਸਾਖਤ ਕਿਹਾ ਹੈ। ਕਿਉਂਕਿ ਸਿਆਣੇ ਕਹਿੰਦੇ ਨੇ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਹੈ, ਭਾਵ ਸੰਗਤ ਦਾ ਪ੍ਰਭਾਵ ਪੈਂਦਾ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਹਨ, ਉਲਟੀ ਰੇ ਮਨ ਉਲਟੀ ਰੇ, ਸਾਖਤ ਸਿਉ ਕਰ ਉਲਟੀ ਰੇ। ਜੋ ਕਾਜਰ ਪਰ ਮੰਦਰ ਰਾਖਿਓ, ਜੋ ਪੈਸਾ ਕਾ ਲੁਖੀ ਰੇ। ਕਹਿੰਦੇ ਨੇ ਜਿਹੜਾ ਸਾਖਤ ਪੁਰਸ਼ ਹੈ, ਤੂੰ ਆਪਣੇ ਮਨ ਨੂੰ ਉਸ ਪਾਸਿਓਂ ਉਲਟਾ ਲੈ, ਉਹਦੀ ਸੰਗਤ ਵਾਲੇ ਪਾਸਿਓਂ ਉਲਟਾ ਲੈ। ਕਿਉਂਕਿ
ਉਸ ਦੀ ਸੰਗਤ ਵਿੱਚ ਰਹਿਆਂ ਤੇਰਾ ਵਿਕਾਰਾਂ ਤੋਂ ਛੁਟਕਾਰਾ ਨਹੀਂ ਹੋਣਾ, ਬਲਕਿ ਹੋਰ ਵਧਣਗੇ। ਕਾਲੇ, ਜਿਸ ਵੀ ਕਿਸੇ ਕਮਰੇ ਵਿੱਚ ਕਾਲਖ ਰੱਖੀ ਹੋਵੇ, ਜਿਹੜਾ ਵੀ ਉਸ ਕਮਰੇ 'ਚ ਜਾਏਗਾ ਕਾਲਖ ਨਾਲ ਭਰ ਜਾਏਗਾ। ਇਸੇ ਤਰ੍ਹਾਂ ਸਾਖਤ ਦੀ ਸੰਗਤ ਵਿੱਚ ਜਾਣ ਨਾਲ ਤੂੰ ਔਗੁਣਾਂ ਨਾਲ ਭਰ ਜਾਏਂਗੇ, ਉਹਦੀ ਸੰਗਤ ਤੋਂ ਬਚ। ਆਖੇ ਕਬੀਰ ਸੰਗਤ ਕਰੀਐ ਸਾਧਕੀ, ਅੰਤ ਕਰੇ ਨਿਰਵਾਹ। ਸਾਖਤ ਸੰਗ ਨ ਕੀਜੀਐ, ਜਾਤੇ ਹੋਏ ਬਿਨਾ। ਭਗਤ ਕਬੀਰ ਜੀ ਕਹਿੰਦੇ ਹਨ, ਭਾਈ ਸਾਧੂ ਦੀ ਸੰਗਤ ਕਰ। ਸਾਧੂ ਜਿਹਨੇ ਆਪਣੇ ਮਨ ਨੂੰ ਸਾਧ ਲਿਆ ਹੈ, ਜਿਹਨੇ ਆਪਣੇ ਮਨ ਤੇ ਕੰਟਰੋਲ ਕਰ ਲਿਆ ਹੈ, ਜਿਸ ਨੇ ਆਪਣੇ ਮਨ ਨੂੰ ਸਵਾਰ ਲਿਆ ਹੈ, ਉਹਨੂੰ ਕਹਿੰਦੇ ਨੇ ਸਾਧੂ। ਸਾਧੇ ਹੋਏ ਮਨ ਵਾਲਾ ਕਹਿੰਦੇ ਨੇ, ਸਾਧੇ ਹੋਏ ਮਨ ਵਾਲਿਆਂ ਦੀ ਸੰਗਤ ਕਰ ਭਾਈ, ਤੇ ਉਹ ਤੇਰਾ ਅਖੀਰ ਤੱਕ ਸਾਥ ਦੇਗੀ ਸੰਗਤ। ਤੇਰੇ ਮਨ ਦੇ ਵਿਕਾਸ ਵਾਸਤੇ, ਤੇਰੀ ਸ਼ਾਂਤੀ ਵਾਸਤੇ, ਖੇੜੇ ਵਾਸਤੇ, ਗੁਣ ਧਾਰਨ ਕਰਨ ਵਾਸਤੇ। ਪਰ ਕਹਿੰਦੇ ਨੇ ਸਾਖਤ ਸੰਗ ਨਾ ਕੀਜੀਏ, ਜਾਤੇ ਹੋਏ ਬਿਨਾ। ਸਾਖਤ ਦੀ ਸੰਗਤ ਨਾ ਕਰ, ਜਿਹਦੇ ਨਾਲ ਤੇਰਾ ਵਿਨਾਸ਼ ਹੋ ਜਾਏਗਾ, ਜੀਵਨ ਵਿਨਾਸ਼ਮਈ ਹੋ ਜਾਏਗਾ। ਸੋ ਇਹ ਸੰਗਤ ਦਾ ਪ੍ਰਭਾਵ ਹੈ। ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ। ਮੈਲ ਖੋਈ ਕੂਟ ਅਗ ਹਰੇ, ਨਿਰਮਲ ਪਏ ਚੀਤਾ। ਪਾਤਸ਼ਾਹ ਕਹਿੰਦੇ ਨੇ ਗੁਰੂ ਦੀ ਸੰਗਤ ਦੀ ਮਹਿਮਾ ਸੁਣ। ਮੈਲ ਖੋਈ, ਜੇ ਮਾੜੀ ਸੰਗਤ ਕਰਕੇ ਮਨ ਮੈਲਾ ਹੋ ਗਿਆ ਸੀ, ਉਹ ਕਹਿੰਦੇ ਨੇ ਪਾਤਸ਼ਾਹ ਵੀ ਮੈਲ ਖੋਈ, ਮਨ ਦੀ ਮੈਲ ਉਤਰ ਗਈ। ਕੋਟ ਅਗ ਹਰੇ, ਅਗ ਦਾ ਅਰਥ ਹੈ ਪਾਪ। ਕਰੋੜਾਂ ਹੀ ਬੇਅੰਤ ਹੀ ਪਾਪ ਕੀਤੇ ਹਨ, ਉਹ ਸਾਰੇ ਦੂਰ ਹੋ ਗਏ। ਪਾਪ ਮਨ ਉਹਨਾਂ ਤੋਂ ਮੁਕਤ ਹੋ ਗਿਆ। ਮਨ ਅੰਦਰ ਹੁਣ ਪਾਪ ਦੀ ਭਾਵਨਾ ਨਹੀਂ ਰਹੀ। ਨਿਰਮਲ ਭਏ ਚੀਤਾ, ਕਿਉਂਕਿ ਚਿੱਤ ਜਿਹੜਾ ਹੈ ਉਹ ਨਿਰਮਲ ਹੋ ਗਿਆ। ਸੋ ਮਹਾਰਾਜ ਕਹਿੰਦੇ ਨੇ ਸੰਤਨ ਕੀ ਸ਼ਰਨਾਈ। ਸੰਤਨ ਬਹੁਵਚਨ ਸ਼ਬਦ ਹੈ, ਸੰਤਾਂ ਦੀ ਸ਼ਰਨ ਵਿੱਚ। ਸੰਤਾਂ ਦੇ ਸ਼ਬਦ ਦਾ ਮਤਲਬ ਸੰਤਾਂ ਦੀ ਸੰਗਤ ਵਿੱਚ, ਗੁਰਮੁਖਾਂ ਦੀ ਸੰਗਤ ਵਿੱਚ, ਜਿਹੜੇ ਪ੍ਰਾਣੀ ਜਿਹਨਾਂ ਅੰਦਰ ਸੱਤ ਨੇ ਜਨਮ ਲੈ ਲਿਆ, ਭਾਵ ਜਿਹਨਾਂ ਦਾ ਮਨ ਸੱਤ ਨਾਲ ਭਰਿਆ ਹੋਇਆ, ਸਚਿਆਰ ਜ਼ਿੰਦਗੀ ਜਿਉਣ ਵਾਲੇ ਜਿਹੜੇ ਮਨੁੱਖ ਨੇ, ਉਹਨਾਂ ਦੀ ਸੰਗਤ ਕਰ। ਉਹਨਾਂ ਦੀ ਜਿਹੜੀ ਵਿਚਾਰ ਹੈ, ਗੁਰੂ ਦੀ ਵਿਚਾਰ ਹੀ ਉਹਨਾਂ ਦੀ ਵਿਚਾਰ ਹੈ। ਸਤਿਗੁਰ ਭੇਟੈ ਤਾਂ ਪਾਰਸ ਹੋਵੈ। ਜਿਹਨਾਂ ਨੇ ਸਤਿਗੁਰੂ ਨੂੰ ਦਾ ਮਿਲਾਪ ਹਾਸਲ ਕੀਤਾ ਤੇ ਜਿਹੜੇ ਪਾਰਸ ਹੋ ਗਏ ਹਨ, ਸਤਿਗੁਰ ਭੇਟੈ ਤਾਂ ਪਾਰਸ ਹੋਵੈ। ਪਾਰਸ ਹੋਏ ਤਾਂ ਪੂਜ ਕਰਾਏ, ਜੋ ਉਸ ਪੂਜੇ ਸੋ ਫਲ ਪਾਵੈ। ਦੀਖਿਆ ਦੇਵੈ ਸਾਚ ਬੁਝਾਏ। ਕਹਿੰਦੇ ਤਾਂ ਸਤਿਕਾਰ ਹੁੰਦਾ ਹੈ। ਫਿਰ ਜਿਹੜੇ ਉਹਨਾਂ ਦਾ ਸਤਿਕਾਰ ਕਰਦੇ ਨੇ, ਭਾਵ ਸੰਗਤ ਵਿੱਚ ਆਉਂਦੇ ਨੇ, ਬਚਨਾਂ ਤੇ ਭਰੋਸਾ ਕਰਦੇ ਨੇ, ਕਹਿੰਦੇ ਨੇ ਉਹਨਾਂ ਨੂੰ ਉਹ ਸਿੱਖਿਆ ਕਾਹਦੀ ਦਿੰਦੇ ਨੇ, ਸਚਿਆਰ ਹੋਣ ਦੀ ਹੀ। ਉਹ ਵੀ ਫਿਰ ਪਾਰਸ ਹੋ ਜਾਂਦੇ ਹਨ। ਸੋ ਗੁਰੂ ਪਾਤਸ਼ਾਹ ਕਹਿੰਦੇ ਨੇ ਆਪ ਮੋਹਿ ਜੀਵਨ ਪਦਵੀ ਪਾਏ। ਚੀਤ ਆਇਓ ਮਨ ਪੁਰਖ ਵਿਦਾਤਾ, ਸੰਤਨ ਕੀ ਸ਼ਰਨਾਈ। ਜੀਵਨ ਮੁਕਤ ਹੈ ਇਹ ਜਿਹੜੀ ਅਵਸਥਾ ਹੈ, ਜੀਵਨ ਮੁਕਤ ਦਾ ਜ਼ਿਕਰ ਕਰਦੇ ਪਾਤਸ਼ਾਹ। ਭਗਤ ਰਵਿਦਾਸ ਜੀ ਦਾ ਬਹੁਤ ਪਿਆਰਾ ਸ਼ਬਦ ਹੈ ਜਿਹੜਾ ਇਸ ਜੀਵਨ ਪਦਵੀ ਦਾ ਵਿਸਥਾਰ ਕਰਦਾ ਹੈ। ਉੱਚੀ ਅਵਸਥਾ ਦਾ ਬੇਗਾਮਪੁਰਾ ਸ਼ਹਿਰ ਕੋ ਨਾਮ। ਬੇਗਮ, ਬੇਗਮ ਨਹੀਂ, ਬੇਗਮ, ਗਮ ਤੋਂ ਰਹਿਤ। ਗਮ ਸ਼ੋਕ ਚਿੰਤਾ। ਸ਼ਹਿਰ ਅਵਸਥਾ, ਉਸ ਅਵਸਥਾ ਦਾ ਨਾਮ ਹੈ ਗਮ ਰਹਿਤ। ਤੇ ਉੱਥੇ ਕੀ ਕੀ ਹੈ ਤੇ ਕੀ ਨਹੀਂ ਹੈ? ਦੁੱਖ ਅੰਦੋ ਨਹੀਂ ਤੇ ਠਾਂ। ਉੱਥੇ ਦੁੱਖ ਨਹੀਂ ਹੈ। ਅੰਦੋ ਦਾ ਅਰਥ ਹੈ ਚਿੰਤਾ। ਉੱਥੇ ਚਿੰਤਾ ਨਹੀਂ ਹੈ। ਨਹੀਂ ਤੇ ਠਾਂ, ਠਾਂ ਮਤਲਬ ਉਸ ਅਵਸਥਾ ਵਿੱਚ ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਇਹ ਸ਼ਬਦ ਵਿੱਚ ਫਾਰਸੀ ਤੇ ਅਰਬੀ ਦੇ ਜ਼ਿਆਦਾ ਸ਼ਬਦ ਉਹਨਾਂ ਨੇ ਵਰਤੇ ਹਨ।
ਤਸਵੀਸ ਦਾ ਅਰਥ ਹੈ ਘਬਰਾਹਟ, ਬੰਦਾ ਘਬਰਾਉਂਦਾ ਹੈ। ਉੱਥੇ ਉਸ ਅਵਸਥਾ 'ਚ ਘਬਰਾਹਟ ਨਹੀਂ, ਜੋ ਕੁਝ ਜ਼ਿੰਦਗੀ 'ਚ ਹੁੰਦਾ ਹੈ ਉਹਨੂੰ ਸਹਿਜ ਸੁਭਾਅ ਹੀ ਉਹ ਲੈਂਦੇ ਨੇ, ਘਬਰਾਹਟ 'ਚ ਨਹੀਂ ਆ ਜਾਂਦੇ, ਡੋਲ ਨਹੀਂ ਜਾਂਦੇ ਹਨ। ਖਿਰਾਜ਼ ਨਾ ਮਾਰ, ਖਿਰਾਜ਼ ਦਾ ਅਰਥ ਹੈ ਟੈਨਸ਼ਨ ਹੋਣਾ। ਕਹਿੰਦੇ ਇਸ ਅਵਸਥਾ ਦੇ ਵਿੱਚ ਔਗਣਾ ਦਾ ਮਾਲ ਨਹੀਂ ਹੈ ਤੇ ਉਹਦੇ ਉੱਪਰ ਇਹ ਟੈਕਸ ਵੀ ਨਹੀਂ ਹੈ। ਜਿਵੇਂ ਬਾਹਰ ਟੈਕਸ ਲੱਗਦਾ ਹੈ, ਇੱਥੇ ਟੈਕਸ ਦੀ ਗੱਲ ਕੀਤੀ ਹੈ ਕਿ ਜਦੋਂ ਬੰਦੇ ਕੋ ਔਗਣ ਨੇ ਤੇ ਫਿਰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਜੇ ਕੋਈ ਵਿਅਕਤੀ ਕੋਈ ਕਾਰਜ ਕਰਦਾ ਹੈ ਧਾਰਮਿਕ ਕਰਮ ਦਾ, ਜਿਹਨੂੰ ਆਖੇ ਕਰਮ ਧਰਮ ਪਖੰਡ ਜੋਤੀਸ ਹੈ, ਤਿੰਨ ਜਮ ਜਗਾਤੀ ਲੁੱਟ ਹੈ। ਜੇ ਕੋਈ ਉਹ ਕੁਝ ਕੰਮ ਕਰਦੇ ਹਨ ਇਸ ਤਰ੍ਹਾਂ ਤੇ ਉਹ ਵਿਕਾਰ ਲੁੱਟ ਲੈਂਦੇ ਹਨ। ਇੱਥੇ ਇਸ ਅਵਸਥਾ ਵਿੱਚ ਵਿਕਾਰਾਂ ਦਾ ਕੋਈ ਖਤਰਾ ਨਹੀਂ ਹੈ। ਜੋ ਵੀ ਉਹ ਕੰਮ ਕਰਦੇ ਹਨ ਉਹਦੇ ਤੇ ਟੈਕਸ ਨਹੀਂ ਪੈਂਦਾ ਉਹਨਾਂ ਨੂੰ, ਭਾਵ ਉਹ ਲੁੱਟੇ ਨਹੀਂ ਜਾਂਦੇ। ਇਸ ਅਵਸਥਾ ਵਿੱਚ ਸੇਵਾ ਕਰਦੇ ਹਨ ਪਰ ਇਹ ਹੁਣ ਸੇਵਾ ਲੁੱਟੀ ਨਹੀਂ ਜਾਂਦੀ, ਕਿਉਂਕਿ ਨਿਮਰਤਾ 'ਚ ਰਹਿੰਦੇ ਨੇ, ਜੀਵਨ ਨੂੰ ਸਮਝਿਆ ਹੈ, ਨਹੀਂ ਤੇ ਅਹੰਕਾਰ ਲੁੱਟ ਲੈਂਦਾ ਹੈ। ਸਾਹਿਬ ਕਹਿੰਦੇ ਨੇ ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋ ਨਹੀਂ ਤੇ ਠਾਉ, ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਿਵਾਰ। ਹੁਣ ਇਸ ਅਵਸਥਾ 'ਚ ਕੋਈ ਖੌਫ ਨਹੀਂ ਹੈ। ਤਰਸ ਦਾ ਅਰਥ ਜਿਹੜਾ ਹੈ ਉਹ ਕਿਉਂਕਿ ਡਰ ਕੀਤਾ ਹੈ, ਕਿਉਂਕਿ ਇਹ ਸ਼ਬਦ ਫਾਰਸੀ ਦਾ ਹੈ। ਖੌਫ ਨਾ ਖਤਾ ਨਾ ਤਰਸ ਜਿਵਾਲ, ਜਿਵਾਲ ਦਾ ਅਰਥ ਹੈ ਘਾਟਾ। ਇਸ ਅਵਸਥਾ 'ਚ ਕੋਈ ਘਾਟਾ ਨਹੀਂ ਪੈਂਦਾ, ਭਾਵ ਇਹ ਅਵਸਥਾ ਬਣ ਕੇ ਡਾਊਨ ਨਹੀਂ ਹੁੰਦੀ, ਖਤਮ ਨਹੀਂ ਹੁੰਦੀ। ਆਪ ਮੋਏ ਖੂਬ ਬਤਨ ਗਹਿ ਭਾਈ, ਮੈਂ ਹੁਣ ਬਹੁਤ ਵਧੀਆ ਰਹਿਣ ਲਈ ਜਗ੍ਹਾ ਪ੍ਰਾਪਤ ਕਰ ਲਈ ਹੈ। ਇਹ ਮਨ ਦੀ ਅਵਸਥਾ ਦੀ ਗੱਲ ਹੈ। ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ, ਢੋਈ ਤਿਸ ਹੀ ਨੋ ਮਿਲੈ ਜਿਨ ਪੂਰਾ ਗੁਰੂ ਲੱਭਾ। ਨਾਨਕ ਵੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ। ਮਹਾਰਾਜ ਕਹਿੰਦੇ ਨੇ ਉਸ ਅਵਸਥਾ ਦੇ ਵਿੱਚ ਟਿਕ ਗਏ ਹਾਂ, ਉੱਥੇ ਘਰ ਬੰਨਿਆ ਹੈ, ਭਾਵ ਅਵਸਥਾ ਬਣਾਈ ਹੈ ਜਿੱਥੇ ਮਿਰਤ, ਜਿੱਥੇ ਮਨ ਹੁਣ ਮਰਦਾ ਨਹੀਂ, ਨਾ ਜਨਮ ਜਰਾ। ਜਰਾ ਮਤਲਬ ਬੁਢੇਪਾ, ਬੁਢੇਪਾ ਅਰਥ ਹੈ ਕਮਜ਼ੋਰੀ। ਹੁਣ ਇੱਥੇ ਮਨ ਕਮਜ਼ੋਰ ਨਹੀਂ ਹੁੰਦਾ, ਹੁਣ ਮਨ ਇੱਥੇ ਵੱਖ-ਵੱਖ ਜੁਨੀਆਂ 'ਚ ਜਨਮ ਨਹੀਂ ਲੈਂਦਾ। ਹੁਣ ਇਹ ਟਿਕੀ ਹੋਈ ਅਵਸਥਾ ਹੈ। ਉਸੇ ਨੂੰ ਆਖਿਆ ਆਪ ਮੋਏ ਖੂਬ ਬਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਉੱਥੇ ਸਦਾ ਹੀ ਸੁਖ ਹੈ। ਖੈਰ ਦਾ ਮਤਲਬ ਸੁਖ। ਕਾਇਮ ਦਾਇਮ ਸਦਾ ਪਾਤਸ਼ਾਹੀ, ਇਹ ਜਿਹੜੀ ਅਵਸਥਾ ਹੈ, ਇਹ ਜਿਹੜੀ ਪਾਤਸ਼ਾਹੀ ਹੈ, ਇਹ ਕਦੇ ਵੀ ਬਦਲਦੀ ਨਹੀਂ, ਖਤਮ ਨਹੀਂ ਹੁੰਦੀ, ਸਦਾ ਕਾਇਮ ਰਹਿਣ ਵਾਲੀ ਹੈ। ਦੋਮਣ ਸੇਮ ਏਕ ਸੋ ਆਹੀ, ਦੋਮ ਸੇਮ ਦਾ ਅਰਥ ਹੈ ਦੂਜਾ ਤੀਜਾ। ਇੱਥੇ ਕੋਈ ਦੂਜਾ ਤੀਜਾ ਦਰਜਾ ਨਹੀਂ, ਇੱਥੇ ਸਾਰੇ ਇੱਕੇ ਅਵਸਥਾ ਵਾਲੇ ਹਨ ਤੇ ਸਾਰੇ ਹੀ ਇਸ ਤਰ੍ਹਾਂ ਦਾ ਆਨੰਦ ਮਾਣਦੇ ਹਨ। ਏਕ ਸੋ ਆਹੀ, ਸਾਰੇ ਇੱਕੋ ਜੈਸੇ ਹਨ। ਆਪਾ ਦਾਨ ਸਦਾ ਮਸ਼ਹੂਰ, ਊਹਾ ਗਨੀ ਵਸੈ ਮਾਮੂਰ। ਇਹ ਜਿਹੜੀ ਮਨ ਦੀ ਅਵਸਥਾ ਜੀਵਨ ਪੱਧਰੀ ਹੈ, ਕਹਿੰਦੇ ਨੇ ਇੱਥੇ ਕੌਣ ਵਸਦੇ ਹਨ? ਇੱਕ ਤੇ ਇਹ ਕਹਿੰਦੇ ਨੇ ਅਵਸਥਾ ਬੜੀ ਉੱਗੀ ਹੈ ਤੇ ਸਦਾ ਹੀ ਆਬਾਦ ਹੈ। ਇੱਥੇ ਕਦੇ ਵੀ ਉਜਾੜਾ ਨਹੀਂ, ਇੱਥੇ ਸਦਾ ਹੀ ਹਰਿਆਵਲ ਹੈ, ਇੱਥੇ ਸਦਾ ਹੀ ਬਸੰਤ ਹੈ, ਇੱਥੇ ਪੱਤਝੜ ਨਹੀਂ ਆਉਂਦੀ ਮੁੜ ਕੇ। ਊਹਾ ਗਣੀ ਵਸੈ ਮਮੂਰ, ਗਣੀ ਦਾ ਮਤਲਬ ਅਮੀਰ, ਰੱਜੇ ਹੋਏ, ਮਮੂਰ ਦਾ ਅਰਥ ਹੈ ਰੱਜੇ ਹੋਏ। ਇੱਥੇ ਧਨਾੜ ਤੇ ਰੱਜੇ ਹੋਏ ਵਸਦੇ ਹਨ, ਭਾਵ ਇਸ ਅਵਸਥਾ 'ਚ ਕੋਈ ਭੁੱਖ ਨਹੀਂ ਰਹਿ ਜਾਂਦੀ, ਤ੍ਰਿਪਤ ਹੋਏ ਬੰਦੇ ਹਨ ਇਸ ਅਵਸਥਾ ਵਿੱਚ ਰਹਿਣ ਵਾਲੇ। ਤਿਉਂ ਤਿਉਂ ਸੈਲ ਕਰੈ ਜਿਉ ਭਾਵੈ, ਮਹਿਰ ਮਹਿਲ ਨਾ ਕੂਹ ਟਿਕਾਵੈ। ਕਹਿੰਦੇ ਨੇ ਜਿਵੇਂ ਉਹਨਾਂ ਨੂੰ ਭਾਉਂਦਾ ਹੈ ਉਵੇਂ ਵਿਚਰਦੇ ਹਨ। ਹੁਣ ਇਸ ਮਹਿਲ ਦੇ ਵਾਕਫ ਹਨ, ਇਸ ਅਵਸਥਾ ਦੇ ਉਹ ਵਾਕਫ ਹਨ। ਇਸ ਅਵਸਥਾ ਵਿੱਚ ਹੁਣ ਕੋਈ ਵੀ ਰੁਕਾਵਟ ਨਹੀਂ ਪਾਉਂਦਾ, ਕਿਉਂਕਿ ਉਹ ਇਹਨਾਂ ਤੋਂ ਚੰਗੀ ਤਰ੍ਹਾਂ ਵਾਕਫ ਹਨ ਕਿ ਆਹ ਚੀਜ਼ਾਂ ਰੁਕਾਵਟ ਪਾਉਣ ਵਾਲੀਆਂ ਨੇ, ਉਹਨਾਂ ਨੂੰ ਸਮਝ ਗਏ ਨੇ, ਇਸ ਕਰਕੇ ਉਹ ਸਭ ਉਹਦੇ ਦਾਸ ਹੋ ਗਏ ਨੇ। ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਕਹਿੰਦੇ ਨੇ ਭਗਤ ਰਵਿਦਾਸ ਜੀ
कि जिहड़ा इन्हां बंधनां तो मुक्त हो गया है, खलास का मतलब खलास हो गया, मुक्त हो गया है, ਉਹੀ ਸਾਡਾ ਮਿੱਤਰ है ਜਿਹੜਾ ਸਾਡੀ ਹਮ ਅਵਸਥਾ ਵਿੱਚ ਰਹਿਣ ਵਾਲਾ ਹੈ, ਜਿਸ ਦਾ ਇਸ ਤਰ੍ਹਾਂ ਦਾ ਜੀਵਨ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਵੀ ਇੱਕ ਸ਼ਬਦ ਵਿੱਚ ਜ਼ਿਕਰ ਕੀਤਾ ਇਸੇ ਹੀ ਅਵਸਥਾ ਦਾ, ਜਿੱਥੇ ਆਖਿਆ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ ਰਹਾਉ, ਨੈਣ ਦਿਆ ਨੈ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰ ਇੱਕ ਸੋਗ ਤੇ ਰਹਿ ਨਿਆਰੋ, ਨਾਹੀ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਹੰ, ਤੇ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿੰਘ, ਜੋ ਪਾਨੀ ਸੰਗ ਪਾਨੀ। ਇਸੇ ਅਵਸਥਾ ਦਾ ਜ਼ਿਕਰ ਹੈ। ਆਰੰਭ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਹਨ, ਖੁੱਲਿਆ ਕਰਮ ਕਿਰਪਾ ਭਈ ਠਾਕੁਰ, ਕੀਰਤਨ ਹਰ ਹਰ ਗਾਈ। ਕਹਿੰਦੇ ਨੇ ਸਾਡਾ ਕਰਮ ਖੁੱਲ ਗਿਆ, ਖੁੱਲਿਆ ਕਰਮ, ਕਿਰਪਾ ਭਈ ਠਾਕੁਰ, ਕੀਰਤਨ ਹਰ ਹਰ ਗਾਈ। ਸੱਚੇ ਦੀ ਸਿਫਤ ਸਲਾਹ ਕੀਤੀ, ਉਸ ਸਿਫਤ ਸਲਾਹ ਰੂਪੀ ਕਰਮ ਨਾਲ ਰੱਬੀ ਬਖਸ਼ਿਸ਼ ਹੋਈ, ਤੇ ਜੀਵਨ ਚੋਂ ਕੀ ਖਤਮ ਹੋ ਗਿਆ? ਸ਼ਰਮ ਥਾਕਾ ਪਾਏ ਵਿਸ਼ਰਾਮਾ, ਮਿਟ ਗਈ ਸਗਲੀ ਤਾਈ। ਸ਼ਰਮ ਥਾਕਾ, ਜਿਹੜਾ ਅਕੇਵਾਂ ਹੁੰਦਾ ਸੀ ਨਾ, ਆਲਸਪਨ ਸੀ, ਉਹ ਆਲਸਪਨ ਖਤਮ ਹੋ ਗਿਆ। ਤੇ ਜਿਹੜੀ ਦੌੜ ਭੱਜ ਸੀ ਮਨ ਦੀ, ਮਨ ਦਾ ਆਲਸਪਨ, ਮਨ ਦਾ ਥਕਾਵਟ ਮਹਿਸੂਸ ਕਰਦੇ ਰਹਿਣਾ, ਉਹ ਖਤਮ ਹੋਇਆ। ਤੇ ਮਨ ਦਾ ਭੱਜਣਾ, ਦੌੜ ਭੱਜ ਜਿਹੜੀ ਮਨ ਦੀ ਬਣੀ ਪਈ ਸੀ, ਉਹ ਖਤਮ ਹੋ ਗਈ। ਪਾਏ ਵਿਸ਼ਰਾਮਾ, ਵਿਸ਼ਰਾਮ ਮਿਲ ਗਿਆ, ਟਿਕਾਓ ਮਿਲ ਗਿਆ, ਮਨ ਟਿਕ ਗਿਆ ਹੈ। ਅਗਲੇ ਪਦ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਹਨ, ਕਾਮ ਕ੍ਰੋਧ ਲੋਭ ਮੋਹ ਨਿਵਾਰੇ, ਨਿਵਰੇ ਸਗਲ ਵੈਰਾਈ। ਇਸ ਅਵਸਥਾ ਦੇ ਵਿੱਚ ਸਾਹਿਬ ਕਹਿੰਦੇ ਨੇ ਗੁਰੂ ਨੇ ਕਿਰਪਾ ਕੀਤੀ, ਕਾਮ ਕ੍ਰੋਧ ਲੋਭ ਤੇ ਮੋਹ ਦੂਰ ਕਰ ਦਿੱਤੇ। ਨਿਵਰੇ ਸਗਲ ਵੈਰਾਈ, ਸਾਰੇ ਹੀ ਇਹ ਜਿਹੜੇ ਦੁਸ਼ਮਣ ਬਣੇ ਪਏ ਸਨ ਨਾ ਮਨ ਦੇ, ਕਾਮ ਕ੍ਰੋਧ ਲੋਭ ਅਹੰਕਾਰ, ਇਹ ਸਾਰੇ ਦੂਰ ਕਰ ਦਿੱਤੇ। ਸਾਧ ਹਜ਼ੂਰ ਹਾਜ਼ਰ ਹੈ, ਨਾਜ਼ਰ ਕਤੈ ਨ ਭਇਓ ਦੁਰਾਈ। ਗੁਰੂ ਰਾਹੀਂ ਹੀ ਇਹ ਸਮਝ ਆ ਗਈ ਕਿ ਰੱਬ ਸਦਾ ਹੀ ਨੇੜੇ ਹੈ, ਉਹ ਕਿਤੇ ਵੀ ਮੇਰੇ ਤੋਂ ਦੂਰ ਨਹੀਂ ਹੈ। ਜਦੋਂ ਆਖਿਆ ਇਹਨਾਂ ਵਿਕਾਰਾਂ ਤੋਂ ਛੁਟਕਾਰਾ ਹੋਇਆ, ਦੁਸ਼ਮਣਾਂ ਤੋਂ ਛੁਟਕਾਰਾ ਹੋਇਆ, ਭਾਵ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਉਹ ਭਾਗ ਜਿਹੜਾ ਸਾਡੇ ਲਈ ਨੁਕਸਾਨਦਾਇਕ ਹੈ, ਉਹਦੇ ਤੋਂ ਸਮਝਾ ਕੇ ਗੁਰੂ ਨੇ ਛੁਟਕਾਰਾ ਕਰਾ ਦਿੱਤਾ। ਤੇ ਜਿਹੜਾ ਜਿਸ ਵਾਸਤੇ ਇਹ ਪੰਜੇ ਚੀਜ਼ਾਂ ਸਾਡੇ ਕੋਲ ਹਨ, ਹਥਿਆਰ ਇਹ ਸਾਡੇ ਉਹ ਸਮਝ ਵਿੱਚ ਆ ਗਈ। ਹੁਣ ਉਹ ਇਹਨਾਂ ਦੀ ਸੁਚੱਜਤਾ ਦੇ ਨਾਲ ਵਰਤੋਂ ਕਰਦਾ ਹੈ। ਹੁਣ ਇਹ ਉਹਨੂੰ ਨੁਕਸਾਨ ਨਹੀਂ ਪਹੁੰਚਾਉਂਦੇ। ਹੁਣ ਦੁਸ਼ਮਣ ਦੀ ਜਗ੍ਹਾ ਇਹ ਉਹਦੇ ਮਿੱਤਰ ਬਣ ਗਏ ਨੇ। ਗੁਰ ਪੂਰੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ ਰਹਾਓ। ਨਿਵਰੇ ਦੂਤ ਦੁਸ਼ਟ ਬਹਿਰਾਈ, ਗੁਰ ਪੂਰੇ ਕਾ ਜਪਿਆ ਜਾਪ, ਕਹਾਂ ਕਰੇ ਕੋਈ ਵਿਚਾਰਾ, ਬ੍ਰਹਮ ਮੇਰੇ ਕਾ ਬੜ ਪ੍ਰਤਾਪ। ਸਿਮਰ 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 ਸੁਖ ਪਾਇਆ, ਚਰਨ ਕਮਲ ਰਖ ਮਨ ਮਾਹੀ, ਤਾਕਿ ਸ਼ਰਨ ਪਰਿਓ ਨਾਨਕ ਦਾਸ, ਜਾਤੇ ਉਪਰ ਕੋ ਨਾਹੀ। ਅਗਲੇ ਪਦ ਵਿੱਚ ਮਹਾਰਾਜ ਕਹਿੰਦੇ ਨੇ, ਸੁਖ ਸ਼ੀਤਲ ਸ਼ਰਧਾ ਸਭ ਪੂਰੀ ਹੋਏ ਸੰਤ ਸਹਾਈ, ਪਾਵਨ ਪਤਤ ਕੀਏ ਖਿਨ ਭੀਤਰ, ਮਹਿਮਾ ਕਥਨ ਨ ਜਾਏ। ਪਾਤਸ਼ਾਹ ਕਹਿੰਦੇ ਹਨ ਕਿ ਸੁਖ ਸ਼ੀਤਲ ਸ਼ਰਧਾ ਸਭ ਪੂਰੀ ਹੋਏ ਸੰਤ ਸਹਾਈ, ਸੰਤ ਜਨ ਸਹਾਇਕ ਹੋਏ, ਮਦਦਗਾਰ ਬਣੇ। ਤੇ ਮਨ ਜਿਹੜਾ ਹੈ ਸੁਖੀ ਹੋ ਗਿਆ ਤੇ ਸ਼ੀਤਲ ਹੋ ਗਿਆ। ਮਨ ਤਪਦਾ ਸੀ, ਸਾਹਿਬ ਕਹਿੰਦੇ ਨੇ ਜਿਹੜਾ ਅਗਨ ਬਰਾਬਰ ਤਪੇ, ਅੱਗ ਦੀ ਤਰ੍ਹਾਂ ਤਪਦਾ ਸੀ। ਭੀਤਰ ਵਗਿਆ ਕਾਤੀ ਤੇ ਅੰਦਰ ਸੁਰੀ ਚੱਲਦੀ ਸੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੇ ਦਿਨ ਰਾਤੀ। ਹੁਕਮ ਦੀ ਸਮਝ ਆ ਗਈ, ਪਛਾਣ ਲਿਆ ਹੁਕਮ ਨੂੰ, ਤਾਂ ਦਿਨ ਰਾਤ ਸੁਖ ਬਣ ਗਿਆ। ਇਹ ਚਲਨ ਖਤਮ ਹੋ ਗਏ, ਚਲਨ ਬੁੱਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਸ਼ਰਧਾ ਸਭ ਪੂਰੀ, ਮਨ ਦੀ ਸਾਰੀ ਸ਼ਰਧਾ ਜਿਹੜੀ ਹੈ ਪੂਰੀ ਹੋ ਗਈ।
ਪਾਵਨ ਪਤਤ ਕੀਏ ਖਿਨ ਭੀਤਰ ਮਹਿਮਾ ਕਥਨ ਨਾ ਜਾਈ। ਕਹਿੰਦੇ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਕਿ ਖਿਨ ਵਿੱਚ ਹੀ ਜਿਹੜੇ ਪਤਤ ਹੋਏ ਸਨ, ਵਿਕਾਰਾਂ ਵਿੱਚ ਡਿੱਗੇ ਹੋਏ ਪ੍ਰਾਣੀ, ਔਗੁਣਾਂ ਵਿੱਚ ਜ਼ਿੰਦਗੀ ਜੀਉਣ ਵਾਲੇ, ਉਹ ਪਾਵਨ ਕਰ ਦਿੱਤੇ, ਪਵਿੱਤਰ ਹੋ ਗਏ। ਨਿਰਭਉ ਭਏ ਸਗਲ ਪੈ ਖੋਏ, ਗੋਬਿੰਦ ਚਰਨ ਓਟਾਈ। ਕਹਿੰਦੇ ਨੇ ਪਾਤਸ਼ਾਹ ਵੀ ਗੋਬਿੰਦ ਦੇ ਚਰਨਾਂ ਦੀ ਓਟ ਲਈ ਸਾਰੇ ਭੈ ਦੂਰ ਹੋ ਗਏ ਤੇ ਮਨ ਨਿਰਭਉ ਹੋ ਗਿਆ। ਨਾਨਕ ਜਸ ਗਾਵੈ ਠਾਕੁਰ ਕਾ ਰੈਣ, ਦਿਨ ਸਲਿਵ ਲਾਈ। ਸਾਹਿਬ ਕਹਿੰਦੇ ਨੇ ਕਿ ਮੈਂ ਵੀ ਉਸ ਕਰਤਾਰ ਦਾ, ਠਾਕੁਰ ਦਾ ਜਸ ਗਾਉਂਦਾ ਹਾਂ। ਦਿਨ ਰਾਤ ਮੈਂ ਉਸੇ ਨਾਲ ਲਿਵ ਲਾ ਕੇ ਉਸੇ ਦੀ ਸਿਫਤ ਸਲਾਹ ਕਰਦਾ, ਉਸੇ ਦੇ ਗੁਣ ਗਾਉਂਦਾ ਹਾਂ। ਸੋ ਇਹ ਰਹਾਉ ਦਾ ਜਿਹੜਾ ਪਦਾ ਹੈ, ਉਹਦੀ ਹੀ ਮਹਾਰਾਜ ਨੇ ਸਾਰੇ ਸ਼ਬਦ ਚ ਵਿਆਖਿਆ ਕੀਤੀ ਹੈ ਕਿ ਅਬ ਮੋਹੇ ਜੀਵਨ ਪਦਵੀ ਪਾਈ, ਚੇਤ ਆਇਓ ਮਨ ਪੁਰਖ ਵਿਧਾਤਾ, ਸੰਤਨ ਕੀ ਸ਼ਰਨਾਈ। ਸੋ ਆਓ 5 ਮਿੰਟ ਹੋਰ ਆਪਾਂ ਜਿਹੜਾ ਸ਼ਬਦ ਗਾਇਨ ਕਰਦੇ ਹਾਂ ਤੇ ਨਾਲ ਨਾਲ ਫਿਰ ਵਿਚਾਰ ਔਰ ਜੁਟ ਦੀ ਖਿਮਾ ਸਾਰੀ ਆਓ ਪੜੋ ਜੀ। ऐसे गुर का बल बल जाइए, ऐसे गुर का बल बल जाइए। ऐसे गुर का बल बल जाइए, ऐसे गुर का बल बल जाइए। आप मुकत मोह तारे, आप मुकत मोह तारे, आप मुकत मोह, आप मुकत मोह तारे, आप मुकत मोह तारे, आप भूले मार्ग जिन्हें बताया, भूले मार्ग जिन्हें बताया। गुर बड़ भागी पाया, ऐसा गुर बड़ भागी पाया। गुर बड़ गुर बड़ भागी पाया, ऐसा गुर बड़ भागी पाया। गुर बड़ तुम्हारी शरण तुम्हारी आशा, तुम्हारी शरण तुम्हारी आशा, तुम्हारी तुम ही सजन सोहेले, तुम ही सजन सोहेले, तुम ही राखो राखन हार दयाला, राखो राखन हार दयाला। नानक घर के गोले, नानक घर के गोले, नानक ठाकुर तुम शरणाई आया। उतर गयो मेरे मन का संसार, जब ते दर्शन पाया। आन बोलत मेरी बिरथा जानी, अपना नाम जपाया। दुख नाठे सुख सहज समाए, आनंद आनंद गुण गाया। बाह पगुरु
ਕੱਢ ਲੀਨੇ ਆਪਣੇ, ਗ੍ਰਹਿ ਅੰਧਕੂਪ ਤੇ ਮਾਇਆ। ਕਹੋ ਨਾਨਕ ਗੁਰ ਬੰਧਨ ਕਾਟੇ, ਵਿਚਰ ਧਿਆਨ ਮਿਲਾਇਆ। ਬਾਹ ਪਕੜ ਕੱਢ ਲੀਨੇ ਆਪਣੇ, ਗ੍ਰਹਿ ਅੰਧਕੂਪ ਤੇ ਮਾਇਆ। ਕਹੋ ਨਾਨਕ ਗੁਰ ਬੰਧਨ ਕਾਟੇ, ਵਿਚਰ ਧਿਆਨ ਮਿਲਾਇਆ। ਸਤਿਗੁਰੂ ਜੀ ਬਾਣੀ ਜੀ ਸਪਸ਼ਟ ਕਹਿੰਦੇ ਹਨ, ਜਿਉ ਮੰਦਰ ਕੋ ਥਾਮੈ ਥਮਨ, ਤਿਉ ਗੁਰ ਕਾ ਸ਼ਬਦ ਮਨੈ ਅਸਥੰਭਨ। ਕੋਈ ਵੀ ਮਕਾਨ ਬਣਾਉਣਾ ਹੋਵੇ, ਉਹਦੇ ਥੱਲੇ ਪਿੱਲਰ ਜ਼ਰੂਰੀ ਹਨ। ਉਹ ਤੋਂ ਬਿਨਾਂ ਛੱਤ ਨਹੀਂ ਪੈਂਦੀ, ਮਕਾਨ ਨਹੀਂ ਬਣਦਾ। ਜੇ ਕਿਸੇ ਨੇ ਮਨ ਟਿਕਾਉਣਾ ਹੈ, ਸ਼ਾਂਤ ਕਰਨਾ ਹੈ, ਜਿਹੜਾ ਮਨ ਭਟਕਦਾ ਹੈ, ਕੱਚ ਭਟਕਦਾ ਔਗਣਾਂ 'ਚ, ਬਾਸ਼ਨਾਵਾਂ 'ਚ, ਆਸਾਵਾਂ ਤ੍ਰਿਸ਼ਨਾ 'ਚ, ਜੇ ਕੋਈ ਚਾਹੁੰਦਾ ਵੀ ਇਹਨਾਂ ਤੋਂ ਮਨ ਮੁਕਤ ਹੋ ਜਾਏ ਤੇ ਟਿਕ ਜਾਏ, ਸਾਰਾ ਕੁਝ ਕਰੇ ਪਰ ਟਿਕ ਕੇ ਕਰੇ, ਭਟਕੇ ਨਾ। ਤੇ ਮਹਾਰਾਜ ਕਹਿੰਦੇ ਨੇ ਗੁਰੂ ਦੇ ਸ਼ਬਦ ਤੋਂ ਬਿਨਾਂ ਇਹ ਟਿਕ ਨਹੀਂ ਸਕਦਾ। ਇਹ ਵੀ ਆਪਣੀ ਮੰਜ਼ਿਲ ਤੇ ਗੁਰੂ ਦੇ ਸ਼ਬਦ ਤੋਂ ਬਿਨਾਂ ਪਹੁੰਚ ਨਹੀਂ ਸਕਦਾ। ਗੁਰੂ ਦਾ ਗਿਆਨ, ਸ਼ਬਦ ਕੀ, ਸ਼ਬਦ 'ਚ ਗਿਆਨ ਹੈ। ਗਿਆਨ ਹੀ ਮਨ ਨੂੰ ਬੰਨ੍ਹ ਸਕਦਾ ਹੈ। ਗਿਆਨ ਤੋਂ ਬਿਨਾਂ ਮਨ ਬੰਨ੍ਹਿਆ ਨਹੀਂ ਜਾ ਸਕਦਾ। ਭੁੱਲ ਚੁੱਕ ਲਈ ਖਿਮਾ। ਆਪ ਸਾਰਿਆਂ ਦਾ ਧੰਨਵਾਦ ਜੀ। ਦੁਬਾਰਾ ਫਿਰ 10 ਵਜੇ ਪ੍ਰੋਗਰਾਮ ਆਰੰਭ ਹੋਵੇਗਾ, ਕੀਰਤਨ ਸ਼ੁਰੂ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ